हाँ जी, मुर्गी पहला ही सी ਜਾਂ ਫਿਰ अंडा? ਇਹ ਸਵਾਲ ਕਦੇ ਨਾ ਕਦੇ ਤੁਸੀਂ ਆਪਦੇ ਆਪ ਤੋਂ ਜ਼ਰੂਰ ਪੁੱਛਿਆ ਹੋਣਾ ਤੇ ਜਾਂ ਫਿਰ ਕਿਸੇ ਹੋਰ ਇਨਸਾਨ ਨੇ ਤੁਹਾਡੇ ਤੋਂ ਜ਼ਰੂਰ ਪੁੱਛਿਆ ਹੋਣਾ ਕਿ ਮੁਰਗੀ ਪਹਿਲਾਂ ਹੀ ਸੀ ਜਾਂ ਫਿਰ ਅੰਡਾ। ਤੇ ਇਸ ਸਵਾਲ ਦਾ ਜਵਾਬ ਅੱਜ ਤੁਹਾਨੂੰ ਪੂਰੇ ਸਬੂਤਾਂ ਦੇ ਤਹਿਤ ਦੇਵਾਂਗੇ ਕਿ ਵਿਗਿਆਨ ਇਸ ਦੇ ਬਾਰੇ ਵਿੱਚ ਕੀ ਕਹਿੰਦਾ ਹੈ ਕਿ ਪਹਿਲਾਂ ਮੁਰਗੀ ਆਈ ਸੀ ਜਾਂ ਫਿਰ ਅੰਡਾ। ਤੇ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਕਿ ਜੇਕਰ ਇਹ ਸਵਾਲ ਤੁਹਾਡੇ ਤੋਂ ਪੁੱਛਿਆ ਜਾਂਦਾ ਹੈ ਕਿ ਮੁਰਗੀ ਪਹਿਲਾਂ ਆਈ ਸੀ ਤੇ ਜਾਂ ਫਿਰ ਅੰਡਾ, ਤਾਂ ਇਸ ਦਾ ਜਵਾਬ ਹੈ ਜੀ अंडा। अंडा पहला आया सी मुर्गी तो। ते हुण तुसीं ये जरूर आखोगे कि अंडा अगर पहला आया सी तां अंडे दे विचों ही तां मुर्गी निकलदी है ते मुर्गी ने ही वो अंडा दिता हो, तां इस दा मतलब पहला मुर्गी होनी चाहिदी सी। तां इस सवाल दा जवाब भी अज देवांगे तुहानूं इस वीडियो दे विच। तां सब तो पहला शुरू करदे हां तुहानूं ये गल दसदे होए कि दरअसल ये सवाल ही गलत है। दो तरीके ने इस सवाल नूं पुछण दे। पहला ये कि पहला अंडा आया सी ते जां फिर मुर्गी, ते दूजा ये कि पहला मुर्गी आई सी ते जां फिर मुर्गी दा अंडा। जेकर तां तुहानूं कोई पुछदा है पहला सवाल कि अंडा आया सी पहला जां फिर मुर्गी पहला आई सी, तां इस दा जवाब है जी कि अंडा पहला आया सी। ते जेकर कोई तुहानूं पुछदा है कि मुर्गी पहला आई सी जां फिर मुर्गी दा अंडा पहला आया सी, तां इस दा जवाब है जी मुर्गी पहला आई सी, क्योंकि फिर ही उसने आपदा अंडा दिता सी जिस दे विचों वापस एक मुर्गी निकली सी। हुण तुसीं इस दे विच कन्फ्यूज होवोगे कि की कारण है कि दो इन्हां सवालों दे बारे विच पुछा गया। तां तुहानूं दस देना चाहुंदे आ कि जिहड़ी मुर्गी दा एवोल्यूशन है ना, ओह बहुत घੱਟ सਮਾਂ ਪਹਿਲਾਂ ਹੀ ਹੋਇਆ, पर अंडा जिहड़ा ओह बहुत सਮਾਂ ਪਹਿਲਾਂ ही जानवरां दे द्वारा दिता ਜਾਂਦਾ ਸੀ। ਜਿਹੜੀ ਮੁਰਗੀ ਹੈ ਨਾ, ਇਹ ਅਸਲ ਦੇ ਵਿੱਚ ਡਾਇਨਾਸੌਰ ਦੀ ਵੰਸ਼ਜ ਹੈ, ਯਾਨੀ ਕਿ ਡਾਇਨਾਸੌਰ ਸੀ ਜਿਹੜੇ ਇਹਦੇ ਐਂਸੈਸਟਰ ਸੀ ਜਾਂ ਫਿਰ ਪੂਰਵਜ ਕਿਹਾ ਜਾ ਸਕਦਾ ਹੈ। ਉਸੇ ਤੋਂ ਇਵੋਲਵ ਹੋ ਕੇ ਜਿਹੜੀ ਮੁਰਗੀ ਹੈਗੀ ਉਹ ਅੱਜ ਦੀ ਮੁਰਗੀ ਜਿਹੜੀ ਉਹ ਡਾਇਨਾਸੌਰ ਤੋਂ ਇਵੋਲਵ ਹੋ ਕੇ ਬਣੀ ਸੀ। ਤੇ ਅੰਡਾ ਉਸ ਵਕਤ ਦੇ ਡਾਇਨਾਸੌਰ ਵੀ ਦਿਆ ਕਰਦੇ ਸੀ। ਇਸੇ ਵਜ੍ਹਾ ਦੇ ਕਾਰਨ ਅਗਰ ਅੰਡਾ ਪਹਿਲਾਂ ਆਇਆ ਜਾਂ ਮੁਰਗੀ ਕਿਹਾ ਜਾਂਦਾ ਤਾਂ ਅਬਸੋਲੂਟਲੀ ਇਹ ਗੱਲ ਸਹੀ ਬਣਦੀ ਹੈ ਕਿ ਅੰਡਾ ਪਹਿਲਾਂ ਆਇਆ ਸੀ, ਕਿਉਂਕਿ ਉਹ ਤਾਂ ਡਾਇਨਾਸੌਰ ਦੇ ਸਮੇਂ ਤੋਂ ਹੈ ਤੇ ਡਾਇਨਾਸੌਰ ਤੋਂ ਐਵੋਲੂਟ ਹੋ ਕੇ ਮੁਰਗੀਆਂ ਬਣੀਆਂ ਨੇ। ਪਰ ਜੇਕਰ ਮੁਰਗੀ ਦੇ ਅੰਡੇ ਦੀ ਹੀ ਗੱਲ ਕੀਤੀ ਜਾਂਦੀ ਹੈ ਕਿ ਮੁਰਗੀ ਦੇ ਦੁਆਰਾ ਦਿੱਤਾ ਜਾਣ ਵਾਲਾ ਅੰਡਾ, ਤਾਂ ਇੱਥੇ ਇਹ ਗੱਲ ਪੱਕੇ ਤੌਰ ਦੇ ਉੱਤੇ ਕਹੀ ਜਾ ਸਕਦੀ ਹੈ ਕਿ ਫਿਰ ਮੁਰਗੀ ਪਹਿਲਾਂ ਆਈ ਸੀ। ਪਰ ਹੁਣ ਗੱਲ ਕਰਦੇ ਕਿ ਐਵੋਲੂਸ਼ਨ ਕਿਸ ਤਰ੍ਹਾਂ ਦੇ ਨਾਲ ਅੰਡਾ ਤੇ ਮੁਰਗੀ ਦੇ ਵਿਚਕਾਰਲਾ ਇਹ ਜਿਹੜਾ ਮਤਲਬ ਕਿ ਸਮਰਥਨ, ਇਸ ਨੂੰ ਸਾਇੰਟਿਸਟਾਂ ਦੁਆਰਾ ਇਸ ਤਰ੍ਹਾਂ ਸਮਝਾਇਆ ਜਾਂਦਾ। ਤਾਂ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਅੱਜ ਤੋਂ 6 ਕਰੋੜ ਸਾਲ ਪਹਿਲਾਂ ਜਦੋਂ ਡਾਇਨਾਸੌਰ ਦਾ ਖਾਤਮਾ ਹੋਣਾ ਸ਼ੁਰੂ ਹੋਇਆ ਸੀ, ਉਹਦਾ ਤੁਹਾਨੂੰ ਪਤਾ ਹੀ ਹੋਣਾ ਕਿ ਐਡੇ ਐਡੇ ਡਾਇਨਾਸੌਰ ਸੀ ਤੇ ਉਹ ਮੁਰਗੀਆਂ ਦੇ ਵਿੱਚ ਕਨਵਰਟ ਕਿਵੇਂ ਹੋ ਗਏ। ਸਾਡੇ ਵੀ ਅਸਲ ਦੇ ਵਿੱਚ ਪੂਰਵਜ ਸੀਗੇ ਜਿਹੜੇ ਉਹ ਏਪਸ ਸੀਗੇ, ਜਿਨ੍ਹਾਂ ਨੂੰ ਅਸੀਂ ਬਾਂਦਰ ਵੀ ਕਹਿੰਦੇ ਆ, ਬਟ ਉਹ ਐਕਚੁਅਲੀ ਬਾਂਦਰ ਨਹੀਂ ਸੀ, ਉਹ ਏਪਸ ਸੀਗੇ ਤੇ ਉਹਨਾਂ ਤੋਂ ਇਵੋਲਵ ਹੋ ਕੇ ਮਨੁੱਖ ਬਣੇ ਨੇ, ਯਾਨੀ ਕਿ ਇਨਸਾਨ ਬਣੇ ਨੇ। ਪਰ ਉਸ ਤੋਂ ਪਹਿਲਾਂ ਵੀ ਸਾਡਾ ਕੁਝ ਹੋਰ ਰੂਪ ਹੁੰਦਾ ਸੀ, ਜਾਨੀ ਕਿ ਡਾਇਨਾਸੌਰ ਦੇ ਸਮੇਂ ਵੀ ਤਾਂ ਇਨਸਾਨ ਹੁੰਦੇ ਹੋਣਗੇ, ਕਿਉਂਕਿ ਜਿਹੜਾ ਏਪਸ ਦੀ ਪ੍ਰਜਾਤੀ ਹੈ ਉਸ ਨੂੰ ਸਾਡੀ ਪ੍ਰਜਾਤੀ ਵਿੱਚ ਬਦਲਣ ਦੇ ਵਿੱਚ ਲਗਭਗ 50 ਲੱਖ ਸਾਲ ਲੱਗੇ ਨੇ। ਪਰ ਉਸ ਤੋਂ ਪਹਿਲਾਂ 6 ਕਰੋੜ ਸਾਲ ਪਹਿਲਾਂ ਸਾਡਾ ਐਂਸੈਸਟਰ ਕੌਣ ਸੀ, ਸਾਡੇ ਪੂਰਵਜ ਕੌਣ ਸੀ? ਤਾਂ ਤੁਹਾਨੂੰ ਦੱਸ ਦਈਏ ਕਿ ਉਸ ਵਕਤ ਜਿਹੜੇ ਡਾਇਨਾਸੌਰ ਸੀ ਉਹਨਾਂ ਦੇ ਮੁਕਾਬਲਤਨ ਸਾਡੇ ਜਿਹੜੇ ਪੂਰਵਜ ਸੀ ਉਹ ਜ਼ਿਆਦਾ ਹੁਸ਼ਿਆਰ ਸੀ ਤੇ ਉਹ ਅਸਲ ਦੇ ਵਿੱਚ ਖੁੱਡਾਂ ਦੇ ਵਿੱਚ ਰਹਿੰਦੇ ਸੀ, ਜਿਸ ਤਰ੍ਹਾਂ ਅੱਜ ਕੱਲ ਦੇ ਚੂਹੇ ਤੇ ਜਾਂ ਫਿਰ ਸਕੁਐਲਸ ਯਾਨੀ ਕਿ ਕਾਟਮਾਂ ਵਗੈਰਾ ਰਹਿੰਦੀਆਂ ਨੇ। ਇਸੇ ਤਰ੍ਹਾਂ ਦੇ ਜੀਵ ਸੀ, ਕਾਟਮਾਂ ਜਿਵੇਂ ਦਰਖਤਾਂ ਦੇ ਉੱਤੇ ਰਹਿੰਦੀਆਂ ਨੇ, ਬਿਲਕੁਲ ਇਸੇ ਤਰ੍ਹਾਂ ਦੇ ਨਾਲ ਸਾਡਾ ਐਂਸੈਸਟਰ ਸੀ। ਜਿਹੜੇ ਪੁਰਾਣੇ ਤੁਸੀਂ ਫੋਟੋ ਦੇਖ ਰਹੇ ਹੋਵੋਗੇ ਵਿਗਿਆਨਿਕਾਂ ਦੇ ਦੁਆਰਾ ਇਹ ਜਾਰੀ ਕੀਤੀ ਗਈ ਸੀ ਤੇ ਇਹ ਹੀ ਸਾਡਾ ਮਨੁੱਖਾਂ ਦਾ ਪਹਿਲਾ ਐਂਸੈਸਟਰ ਸੀ ਜਿਹੜਾ ਅੱਜ ਤੱਕ ਪਤਾ ਲੱਗਿਆ ਹੈ। ਤੇ ਇਹ ਐਂਸੈਸਟਰ ਸੀ ਜਿਹੜਾ ਇਹ ਡਾਇਨਾਸੌਰਸ ਦੇ ਸਮੇਂ ਵਿੱਚ ਸਾਡਾ ਪੂਰਵਜ ਸੀਗਾ। ਤੇ ਇਸੇ ਦੇ ਨਾਲ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਚਾਹੁੰਦਾ ਕਿ ਇਸੇ ਦੇ ਵਕਤ ਡਾਇਨਾਸੌਰ ਸੀ ਜਿਹੜੇ ਜਦੋਂ ਅਸਮਾਨ ਦੇ ਵਿੱਚੋਂ ਉਹ ਆਪ ਤੋਂ ਡਿੱਗੇ ਸੀ, ਉਲਕਾ ਪਿੰਡ ਡਿੱਗੇ ਸੀ, ਤਾਂ ਉਸ ਤੋਂ ਬਾਅਦ ਧਰਤੀ ਦੇ ਜ਼ਿਆਦਾਤਰ ਜੀਵ ਜੰਤੂ ਖਤਮ ਹੋ ਗਏ ਸੀ ਔਰ ਡਾਇਨਾਸੌਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਮਤਲਬ ਕਿ ਤਬਦੀਲੀਆਂ ਆ ਗਿਆ ਸੀ। ਕੁਝ ਡਾਇਨਾਸੌਰ ਖਤਮ ਹੋ ਗਏ ਸੀ ਤੇ ਉਹਨਾਂ ਨੂੰ ਖਾਣਾ ਨਹੀਂ ਮਿਲ ਰਿਹਾ ਸੀ। ਇਸੇ ਦੇ ਵਜ੍ਹਾ ਦੇ ਕਾਰਨ ਉਹਨਾਂ ਨੇ ਆਪਣੀ ਜੀਵਨ ਜਿਉਣ ਦੀ ਜਿਹੜੀ ਪ੍ਰਸਥਿਤੀ ਸੀ ਉਸ ਨੂੰ ਬਦਲ ਦਿੱਤਾ ਸੀ ਤੇ ਇਸੇ ਦੇ ਥਰੂ ਉਹ ਹੌਲੀ ਹੌਲੀ ਇਵੋਲਵ ਹੁੰਦੇ ਹੋਏ ਇਸ ਸਥਾਨ ਤੱਕ ਪਹੁੰਚ ਗਏ ਕਿ ਅੱਜ ਉਹ ਮੁਰਗੀਆਂ ਬਣ ਚੁੱਕੇ ਨੇ। ਇੱਥੇ ਤੁਸੀਂ ਐਵੋਲੂਸ਼ਨ ਨੂੰ ਇਸ ਤਰੀਕੇ ਨਾਲ ਸਮਝ ਸਕਦੇ ਹੋ ਕਿ ਜੇਕਰ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਇਸ ਵਕਤ ਰਹਿੰਦੇ ਨੇ, ਇਹ ਜਿੰਨੇ ਇਸ ਤੋਂ ਪਹਿਲਾਂ ਧਰਤੀ ਦੇ ਉੱਤੇ ਜੀਵ ਜੰਤੂ ਦੀਆਂ ਪ੍ਰਜਾਤੀਆਂ ਰਹਿੰਦੀਆਂ ਸੀ ਉਹਨਾਂ ਦਾ 1% ਵੀ ਪੂਰਾ ਨਹੀਂ ਹੈਗਾ। ਜਾਣੀ ਕਿ ਇੰਨੀਆਂ ਜ਼ਿਆਦਾ ਪ੍ਰਜਾਤੀਆਂ ਜਿਹੜੀਆਂ ਉਹ ਧਰਤੀ ਤੋਂ ਖਤਮ ਹੋ ਚੁੱਕੀਆਂ ਨੇ। ਇਸ ਤੋਂ ਪਹਿਲਾਂ ਕਰੋੜਾਂ ਜਿਹੀਆਂ ਪ੍ਰਜਾਤੀਆਂ ਸੀ ਜਿਹੜੀਆਂ ਖਤਮ ਹੋ ਚੁੱਕੀਆਂ, ਕਿਉਂਕਿ ਉਹਨਾਂ ਦੇ ਦੁਆਰਾ ਨਾ ਤਾਂ ਕਿਸੇ ਪ੍ਰਕਾਰ ਦਾ ਐਵੋਲੂਸ਼ਨ ਕੀਤਾ ਗਿਆ ਸੀ ਖੁਦ ਦੇ ਸਰੀਰ ਦੇ ਵਿੱਚ, ਔਰ ਨਾ ਹੀ ਉਹ ਨਵੀਆਂ ਪ੍ਰਸਥਿਤੀਆਂ ਦੇ ਵਿੱਚ
ਘੁਲਣ ਮਿਲਣ ਦੇ ਲਈ ਤਿਆਰ ਹੋ ਸਕੀਆਂ ਸੀ। ਇਸੇ ਵਜ੍ਹਾ ਦੇ ਕਾਰਨ ਜਿਹੜੀ ਵੀ ਅਜਿਹੀ ਕੋਈ ਵੀ ਪ੍ਰਜਾਤੀ ਹੁੰਦੀ ਹੈ ਜਾਨਵਰ ਦੀ ਜਿਹੜੀ ਕਿ ਨਵੀਆਂ ਪਰਿਸਥਿਤੀਆਂ ਦੇ ਨਾਲ ਘੁਲਣ ਮਿਲਣ ਵਿੱਚ ਕਾਰਗਰ ਨਹੀਂ ਹੁੰਦੀ ਤਾਂ ਉਸ ਦਾ ਖਾਤਮਾ ਹੋ ਜਾਂਦਾ ਹੈ। ਪਰ ਉਸ ਵਕਤ ਦੇ ਡਾਇਨਾਸੌਰ ਜਦੋਂ ਉਹਨਾਂ ਨੂੰ ਖਾਣਾ ਪੀਣਾ ਨਹੀਂ ਮਿਲ ਰਿਹਾ ਸੀ ਉਸ ਲੈਵਲ ਦਾ, ਕਿਉਂਕਿ ਅਸਮਾਨ ਸੀਗਾ ਜਿਹੜਾ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਰਾਖ ਨਾਲ ਭਰ ਗਿਆ ਸੀ ਔਰ ਕਈ 100 ਸਾਲ ਤੱਕ ਇਹ ਚੀਜ਼ ਚੱਲਦੀ, ਕਈ ਦਸ਼ਕਾਂ ਤੱਕ ਇਹ ਚੀਜ਼ ਚੱਲਦੀ ਰਹੀ ਸੀ ਔਰ ਘਾਹ ਤੋਂ ਲੈ ਕੇ ਦਰਖਤਾਂ ਤੱਕ ਸੁੱਕ ਗਏ ਸੀ ਉਹਨਾਂ ਸਮਿਆਂ ਦੇ ਵਿੱਚ। ਤੇ ਇਸੇ ਵਜ੍ਹਾ ਦੇ ਕਾਰਨ ਉਹਨਾਂ ਨੂੰ ਆਪਣਾ ਜਿਹੜਾ ਮਤਲਬ ਕਿ ਸਾਈਜ਼ ਆ ਉਹ ਵੀ ਛੋਟਾ ਕਰਨਾ ਪਿਆ ਸੀ ਔਰ ਹੌਲੀ ਹੌਲੀ ਉਹ ਛੋਟੇ ਹੁੰਦੇ ਹੁੰਦੇ ਇਸ ਸਥਿਤੀ ਤੱਕ ਪਹੁੰਚ ਗਏ ਕਿ ਉਹ ਇਸ ਵਕਤ ਮੁਰਗੀਆਂ ਦੀ ਸ਼ਕਲ ਲੈ ਰਹੇ ਨੇ। ਤੇ ਤੁਹਾਨੂੰ ਇੱਕ ਹੋਰ ਫੋਟੋ ਦਿਖਾ ਰਹੇ ਹਾਂ, ਇਹ ਸਭ ਤੋਂ ਪਹਿਲਾ ਮੁਰਗੀਆਂ ਦਾ ਐਂਸੈਸਟਰ ਸੀ। ਮੁਰਗੀਆਂ ਨਹੀਂ ਕਿਹਾ ਜਾ ਸਕਦਾ, ਇਸ ਨੂੰ ਅਸੀਂ ਬਰਡਸ ਦਾ ਐਂਸੈਸਟਰ ਕਹਿ ਸਕਦੇ ਹਾਂ, ਕਿਉਂਕਿ ਅਸਲ ਦੇ ਵਿੱਚ ਜਿੰਨੇ ਵੀ ਬਰਡ ਅਸੀਂ ਦੇਖਦੇ ਹਾਂ ਅੱਜ ਉਹ ਟੀਰੈਕਸ ਯਾਨੀ ਕਿ ਟੀਰੈਕਸ ਜਿਹੜਾ ਸਭ ਤੋਂ ਖਤਰਨਾਕ ਹੁੰਦਾ ਸੀ ਉਸ ਦੇ ਹੀ ਵੰਸ਼ਜ ਨੇ। ਉਹ ਜਿੰਨੇ ਵੀ ਅਸੀਂ ਇਸ ਵਕਤ ਅੱਜ ਦੇ ਸਮੇਂ ਦੇ ਵਿੱਚ ਜਾਨਵਰ ਦੇਖਦੇ ਹਾਂ, ਚਾਹੇ ਉਹ ਕੁੱਕੜ ਹੋ ਗਿਆ, ਚਾਹੇ ਉਹ ਕਬੂਤਰ ਹੋ ਗਿਆ, ਮੁਰਗੀਆਂ ਹੋ ਗਈਆਂ, ਚਾਹੇ ਬਾਜ ਹੋ ਗਿਆ, ਇੱਥੋਂ ਤੱਕ ਕਿ ਹਰੇਕ ਉਹ ਜਾਨਵਰ ਗਟਾਰ, ਉੱਲੂ, ਹਰੇਕ ਐਂਸੈਸਟਰ ਹੈ ਜਿਹੜਾ ਉਹ ਡਾਇਨਾਸੌਰ ਤੋਂ ਹੀ ਬਣਿਆ। ਤੇ ਇਸੇ ਵਜ੍ਹਾ ਦੇ ਕਾਰਨ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਡਾਇਨਾਸੌਰ ਹੀ ਅੰਡੇ ਦਿੰਦੇ ਸੀ। ਇਸੇ ਵਜ੍ਹਾ ਦੇ ਕਾਰਨ ਕਿਹਾ ਜਾ ਸਕਦਾ ਕਿ ਮੁਰਗੀਆਂ ਦੇ ਅੰਡੇ ਆ ਜਿਹੜੇ ਉਹ ਮੁਰਗੀਆਂ ਦੇ ਦੁਆਰਾ ਦਿੱਤੇ ਜਾਂਦੇ, ਜਿਹੜੇ ਮੁਰਗੀਆਂ ਬਣਨ ਤੋਂ ਬਾਅਦ ਉਹ ਤਾਂ ਫਿਰ ਮੁਰਗੀਆਂ ਹੀ ਪਹਿਲਾਂ ਹੀ ਸੀ। ਪਰ ਜੇਕਰ ਇੱਥੇ ਗੱਲ ਅੰਡਿਆਂ ਦੀ ਕੀਤੀ ਜਾਂਦੀ ਹੈ ਤਾਂ ਅੰਡੇ ਉਸ ਤੋਂ ਵੀ ਪਹਿਲਾਂ ਆ ਗਏ ਸੀ, ਕਿਉਂਕਿ ਅੰਡੇ ਤਾਂ ਡਾਇਨਾਸੌਰਸ ਤੋਂ ਵੀ ਪਹਿਲਾਂ ਦੀ ਇੱਕ ਚੀਜ਼ ਆ ਜਿਹੜੀ ਕਿ ਜਾਨਵਰਾਂ ਦੇ ਦੁਆਰਾ ਦਿੱਤੀ ਜਾਂਦੀ ਰਹੀ ਹੈ। ਤੇ ਆਪਾਂ ਹੁਣ ਗੱਲ ਕਰਦੇ ਹਾਂ ਕਿ ਇਸ ਦਾ ਕੀ ਸਬੂਤ ਹੈ ਕਿ ਜਿਹੜੇ ਅੱਜ ਕੱਲ ਦੇ ਬਰਡਸ ਨੇ ਜਾਂ ਫਿਰ ਮੁਰਗੀਆਂ ਨੇ ਇਹ ਡਾਇਨਾਸੌਰ ਤੋਂ ਹੀ ਐਵੋਲੂਟ ਹੋ ਕੇ ਇਸ ਟਾਈਮ ਦੀਆਂ ਮੁਰਗੀਆਂ ਬਣੀਆਂ ਨੇ ਜਾਂ ਫਿਰ ਇਹ ਕੁਝ ਹੋਰ ਸੀ। ਤਾਂ ਇਸ ਦਾ ਕੀ ਸਬੂਤ ਮਿਲਦੇ ਨੇ ਸਾਨੂੰ? ਤਾਂ ਇਸ ਦਾ ਸਭ ਤੋਂ ਪਹਿਲਾ ਸਬੂਤ ਉਹਨਾਂ ਦੇ ਪੇਟ ਦੇ ਵਿੱਚ ਮਿਲਦਾ। ਜਿਹੜੇ ਅਮੀਨੋ ਐਸਿਡਸ ਡਾਇਨਾਸੌਰ ਦੇ ਵਿੱਚ ਪਾਏ ਜਾਂਦੇ ਸੀ ਉਹ ਅਲੱਗ-ਅਲੱਗ ਪ੍ਰਜਾਤੀਆਂ ਦੇ ਨਾਲ ਸਾਇੰਟਿਸਟਾਂ ਦੇ ਦੁਆਰਾ ਮਿਲਾ ਕੇ ਦੇਖੇ ਗਏ ਤਾਂ ਉਹਨਾਂ ਦੇ ਵਿੱਚੋਂ ਸਿਰਫ ਤੇ ਸਿਰਫ ਇਹ ਚੀਜ਼ ਹੈ ਜਿਹੜੀ ਅਮੀਨੋ ਐਸਿਡ ਇਹ ਮੁਰਗੀਆਂ ਦੇ ਨਾਲ ਸਭ ਤੋਂ ਜ਼ਿਆਦਾ ਤੇ ਜਾਂ ਫਿਰ ਅੱਜ ਕੱਲ ਦੇ ਜਾਨਵਰਾਂ ਦੇ ਨਾਲ ਹੀ ਮਿਲਦੇ ਜੁਲਦੇ ਨੇ। ਪਹਿਲਾ ਸਬੂਤ ਤਾਂ ਇਹ ਸੀ। ਦੂਜਾ ਸਬੂਤ ਸੀ ਉਹਨਾਂ ਦਾ ਪਿੰਜਰ, ਉਹਨਾਂ ਦੀਆਂ ਹੱਡੀਆਂ ਦੀ ਬਣਤਰ। ਤੁਸੀਂ ਦੇਖਦੇ ਹੋਵੋਗੇ ਕਿ ਡਾਇਨਾਸੌਰ ਜ਼ਿਆਦਾਤਰ ਦੋ ਪੈਰਾਂ ਤੇ ਚੱਲਦੇ ਸੀ ਔਰ ਅੱਜ ਦੇ ਬਰਡਸ ਦੋ ਪੈਰਾਂ ਤੇ ਚੱਲਦੇ ਨੇ। ਉਸ ਤੋਂ ਇਲਾਵਾ ਉਹਨਾਂ ਦੇ ਚੁੰਝ ਹੁੰਦੀ ਸੀ ਤੇ ਦੰਦ। ਜਾਨਵਰਾਂ ਦੇ ਇਸ ਟਾਈਮ ਚੁੰਝ ਹੁੰਦੀ ਹੈ ਪਰ ਜਿਹੜੇ ਡਾਇਨਾਸੌਰ ਸੀਗੇ ਉਹਨਾਂ ਦੇ ਉਸ ਵਕਤ ਚੁੰਝ ਨਹੀਂ ਹੁੰਦੀ ਸੀ ਬਲਕਿ ਦੰਦ ਹੁੰਦੇ ਸੀ ਮੂੰਹ ਦੇ ਵਿੱਚ। ਤੇ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਦੇ ਵੀ ਜਵਾੜੇ ਬੈਕ ਸਾਈਡ ਦੇ ਪਿੱਛੇ ਦੀ ਵੱਲ ਹੁੰਦੇ ਸੀ ਤੇ ਇਹ ਸਭ ਤੋਂ ਵੱਡਾ ਸਬੂਤ ਸੀ। ਤੇ ਦੰਦ ਆ ਜਿਹੜੇ ਉਹ ਇਸ ਵਕਤ ਦੇ ਜਾਨਵਰਾਂ 'ਚ ਨਹੀਂ ਪਾਏ ਜਾਂਦੇ, ਹੌਲੀ ਹੌਲੀ ਇਹ ਗਾਇਬ ਹੋਣੇ ਸ਼ੁਰੂ ਹੋ ਗਏ ਸੀ। ਤੇ ਇਸ ਦਾ ਸਬੂਤ ਮਿਲਦਾ ਕਿ ਉਹਨਾਂ ਦੇ ਦੰਦ ਗਾਇਬ ਹੋਣੇ ਸ਼ੁਰੂ ਹੋਏ ਸੀ ਅੱਜ ਤੋਂ 150 ਮਿਲੀਅਨ ਈਅਰਸ ਪਿੱਛੋਂ ਦਾ ਇੱਕ ਕੰਕਾਲ ਮਿਲਿਆ ਤੇ ਉਸ ਕੰਕਾਲ ਦੀ ਪ੍ਰਜਾਤੀ ਨੂੰ ਥੈਰੋਪੋਡਸ ਕਿਹਾ ਜਾਂਦਾ। ਤੇ ਉਹ ਜਿਹੜੀ ਪ੍ਰਜਾਤੀ ਹੈ ਉਹ ਅੱਜ ਦੇ ਸਾਡੇ ਮੌਜੂਦ ਜਿਹੜੇ ਜਾਨਵਰ ਨੇ ਜਿਨ੍ਹਾਂ ਨੂੰ ਆਪਾਂ ਬਰਡਸ ਕਹਿ ਦਿੰਦੇ ਆ ਉਹਨਾਂ ਤੇ ਡਾਇਨਾਸੌਰ ਦੇ ਵਿਚਕਾਰ ਦੀ ਪ੍ਰਜਾਤੀ ਹੈ। ਉਸ ਦੇ ਫੰਗ ਵੀ ਸੀਗੇ। ਹੌਲੀ ਹੌਲੀ ਆਉਂਦੇ ਪਰ ਹੌਲੀ ਹੌਲੀ ਐਵੋਲੂਟ ਹੁੰਦੇ ਹੁੰਦੇ ਮੁਰਗੀਆਂ ਦੇ ਜਿਹੜੇ ਦੰਦ ਆ ਉਹ ਬਿਲਕੁਲ ਖਤਮ ਹੁੰਦੇ ਗਏ ਤੇ ਅੱਜ ਇਹਨਾਂ ਦੇ ਚੁੰਝ ਹੀ ਮੌਜੂਦ ਹੈ। ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਚਾਹੁੰਦੇ ਆ ਕਿ ਇਹਨਾਂ ਜਾਨਵਰਾਂ ਦੇ ਪੰਜੇ ਵੀ ਬਿਲਕੁਲ ਇੱਕੋ ਜਿਹੇ ਸੀ। ਜਿਹੜਾ ਟੀਰੈਕਸ ਸੀ ਉਸ ਦੇ ਪੰਜੇ, ਤਿੰਨ ਮੂਹਰੇ ਪੰਜੇ ਔਰ ਇੱਕ ਸਾਈਡ ਦੇ ਉੱਤੇ ਇਹ ਚੀਜ਼ ਹੁੰਦੀ ਸੀ। ਤੁਸੀਂ ਦੇਖ ਰਹੇ ਹੋ ਫੋਟੋ ਦੇ ਵਿੱਚ ਜੋ ਚੀਜ਼ ਇਸ ਵਕਤ ਤੁਹਾਨੂੰ ਦਿਖਾਈ ਜਾ ਰਹੀ ਆ ਉਸ ਨੂੰ ਦੇਖੋ ਤੇ ਦੇਖ ਸਕਦੇ ਹੋ ਕਿ ਇਸ ਚੀਜ਼ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹਨਾਂ ਦੇ ਪੰਜੇ ਬਿਲਕੁਲ ਸੇਮ ਟੂ ਸੇਮ ਹੁੰਦੇ ਸੀ ਜਿਸ ਤਰ੍ਹਾਂ ਦੇ ਨਾਲ ਉਸ ਜਾਨਵਰ ਦੇ ਹੁੰਦੇ ਸੀ। ਔਰ ਇਸ ਤੋਂ ਵੀ ਇਲਾਵਾ ਹੋਰ ਵੀ ਬਹੁਤ ਸਾਰੇ ਸਬੂਤ ਆ ਜਿਹੜੇ ਅਲੱਗ-ਅਲੱਗ ਸਮੇਂ ਦੇ ਉੱਤੇ ਇਹਨਾਂ ਦੇ ਜਿਹੜੇ ਬੋਨਸ ਮਿਲਦੀਆਂ ਨੇ ਜਾਂ ਫਿਰ ਜੇ ਕਹਿ ਸਕਦੇ ਕੰਕਾਲ ਮਿਲਦੇ ਨੇ ਉਹ ਅਲੱਗ-ਅਲੱਗ ਸਮੇਂ ਦੇ ਉੱਤੇ ਜਿਵੇਂ-ਜਿਵੇਂ ਮਿਲਦੇ ਰਹਿੰਦੇ ਨੇ ਉਹਨਾਂ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਅਸਲ ਦੇ ਵਿੱਚ ਬਰਡਸ ਨੇ ਜਿਹੜੇ ਉਹ ਉਹਨਾਂ ਦੇ ਐਂਸੈਸਟਰ ਸੀਗੇ ਜਿਹੜੇ ਉਹ ਅਸਲ ਦੇ ਵਿੱਚ ਡਾਇਨਾਸੌਰ ਹੀ ਸੀ। ਤੇ ਇਸੇ ਦੇ ਨਾਲ ਇਹ ਵੀ ਸਾਬਤ ਹੋ ਜਾਂਦਾ ਕਿ ਜਿਹੜਾ ਅੰਡਾ ਗਾ ਉਹ ਤਾਂ ਬਹੁਤ ਸਮਾਂ ਪਹਿਲਾਂ ਦੀ ਚੀਜ਼ ਆ, ਜਾਨੀ ਕਿ ਬਹੁਤ ਸਮਾਂ ਪਹਿਲਾਂ ਐਵੋਲੂਟ ਹੋਇਆ ਸੀ। ਜਾਨੀ ਕਿ ਡਾਇਨਾਸੌਰ ਸੀ ਜਿਹੜੇ ਉਹਨਾਂ ਦੇ ਪੂਰਵਜ ਸੀਗੇ ਜਿਹੜੇ ਸ਼ਾਇਦ ਕਰੋੜਾਂ ਸਾਲ ਪਹਿਲਾਂ ਰਹਿੰਦੇ ਸੀ ਉਹਨਾਂ ਦੇ ਵਿੱਚ ਵੀ ਅੰਡਾ ਦੇਣ ਦੀ ਪ੍ਰਕਿਰਿਆ ਹੁੰਦੀ ਸੀ। ਪਰ ਜਿਹੜੇ ਇਸ ਵਕਤ ਦੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਮੁਰਗੀਆਂ ਕੁੱਕੜ ਨੇ ਇਹਨਾਂ ਦੇ ਵਿੱਚ ਵੀ ਅੰਡਾ ਦੇਣ ਦੀ ਪ੍ਰਕਿਰਿਆ ਹੁੰਦੀ ਹੈ। ਇਸ ਤੋਂ ਇਲਾਵਾ ਸਰੀਸ੍ਰਿਪ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਸੱਪ ਵਗੈਰਾ ਹੋ ਗਏ ਤੇ ਜਾਂ ਫਿਰ ਮੱਛੀਆਂ ਵਗੈਰਾ ਹੋ ਗਈਆਂ ਇਹ ਵੀ ਅੰਡਾ ਦਿੰਦੀਆਂ ਨੇ। ਤਾਂ ਇਹ ਕਿਹਾ ਜਾ ਸਕਦਾ ਕਿ ਜਿਹੜਾ ਪੂਰਵਜ ਡਾਇਨਾਸੌਰਾਂ, ਮੱਛੀਆਂ, ਸੱਪਾਂ ਵਗੈਰਾ ਦਾ ਵੀ ਇੱਕ ਪੂਰਵਜ ਸੀਗਾ ਪੁਰਾਣੇ ਤੋਂ ਪੁਰਾਣਾ, ਉਸ ਤੋਂ ਸ਼ੁਰੂ ਹੋਏ ਨੇ ਅੰਡੇ ਦੇਣੇ। ਜਾਨੀ ਕਿ ਦੁਨੀਆ ਦੇ ਵਿੱਚ ਉਸ ਸਮੇਂ ਤੋਂ ਅੰਡੇ ਦਿੱਤੇ ਜਾ ਰਹੇ ਨੇ ਡਾਇਨਾਸੌਰ ਤੋਂ ਵੀ ਕਈ ਸਾਲ ਪਹਿਲਾਂ ਤੋਂ। ਇਸੇ ਕਰਕੇ ਜੇਕਰ ਤੁਹਾਨੂੰ ਅੱਜ ਤੋਂ ਬਾਅਦ ਕੋਈ ਸਵਾਲ ਪੁੱਛੇ
ਕਿ ਜੇ ਮੁਰਗੀਆਂ ਪਹਿਲਾਂ ਆਈਆਂ ਸੀ ਜਾਂ ਅੰਡਾ, ਤਾਂ ਤੁਸੀਂ ਸਿੱਧਾ ਜਵਾਬ ਦੇ ਸਕਦੇ ਹੋ ਕਿ ਅੰਡਾ ਪਹਿਲਾਂ ਆਇਆ ਸੀ, ਕਿਉਂਕਿ ਮੁਰਗੀਆਂ ਤੋਂ ਕਰੋੜਾਂ ਅਰਬਾਂ ਸਾਲ ਪਹਿਲਾਂ ਅੰਡਾ ਆ ਗਿਆ ਸੀ ਦੁਨੀਆ ਦੇ ਵਿੱਚ। ਪਰ ਜੇਕਰ ਤੁਹਾਨੂੰ ਕੋਈ ਪੁੱਛਦਾ ਮੁਰਗੀ ਪਹਿਲਾਂ ਆਈ ਸੀ ਜਾਂ ਫਿਰ ਮੁਰਗੀ ਦਾ ਅੰਡਾ, ਤਾਂ ਤੁਸੀਂ ਕਹਿ ਸਕਦੇ ਹੋ ਕਿ ਮੁਰਗੀ ਦਾ ਅੰਡਾ ਬਾਅਦ ਚ ਆਇਆ ਸੀ, ਮੁਰਗੀ ਪਹਿਲਾਂ ਆਈ ਸੀ, ਕਿਉਂਕਿ ਮੁਰਗੀ ਦੇ ਦੁਆਰਾ ਹੀ ਉਹ ਅੰਡਾ ਦਿੱਤਾ ਗਿਆ ਸੀ। ਤੁਹਾਡਾ ਕੀ ਕਹਿਣਾ ਇਸ ਵੀਡੀਓ ਦੇ ਬਾਰੇ ਵਿੱਚ? ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ, ਲਾਈਕ, ਸ਼ੇਅਰ ਜ਼ਰੂਰ ਕਰ ਲਿਓ, ਸਬਸਕ੍ਰਾਈਬ ਜ਼ਰੂਰ ਕਰ ਲਿਓ। ਜੇਕਰ ਤੁਸੀਂ ਵੀ ਕਿਸੇ ਚੀਜ਼ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਦੇ ਕਮੈਂਟਾਂ ਦੇ ਵਿੱਚ, ਇਸ ਵੀਡੀਓ ਦੇ ਕਮੈਂਟਾਂ ਦੇ ਵਿੱਚ ਤੁਸੀਂ ਕੋਈ ਕਮੈਂਟ ਕਰ ਸਕਦੇ ਹੋ ਕਿ ਇਸ ਚੀਜ਼ ਦੇ ਉੱਤੇ ਇੱਕ ਵੀਡੀਓ ਬਣਾ ਕੇ ਇਸ ਗੱਲ ਨੂੰ ਡਿਟੇਲ ਦੇ ਵਿੱਚ ਦੱਸਿਆ ਜਾਵੇ, ਤਾਂ ਉਸ ਦੇ ਬਾਰੇ ਵਿੱਚ ਤੁਹਾਨੂੰ ਅਸੀਂ ਵੀਡੀਓ ਮਤਲਬ ਕਿ ਦੱਸ ਦਿਆਂਗੇ। ਇਸ ਤੋਂ ਇਲਾਵਾ ਐਵੋਲੂਸ਼ਨ ਜਾਂ ਫਿਰ ਡਾਰਵਿਨ ਦੀ ਐਵੋਲੂਸ਼ਨ ਦੀ ਥਿਉਰੀ ਦੇ ਬਾਰੇ ਵਿੱਚ ਵੀ ਅਸੀਂ ਇੱਕ ਵੀਡੀਓ ਬਣਾਵਾਂਗੇ, ਉਹ ਅੱਗੇ ਤੁਹਾਨੂੰ ਦਿਖਾਈ ਜਾਊਗੀ। ਤੁਹਾਡਾ ਕੀ ਕਹਿਣਾ ਪਹਿਲਾਂ ਇਸ ਵੀਡੀਓ ਦੇ ਬਾਰੇ ਵਿੱਚ? ਜੋ ਤੁਹਾਡਾ ਵੀ ਮਤਲਬ ਕਿ ਦਿਮਾਗ ਦੇ ਵਿੱਚ ਆਉਂਦਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ, ਤੇ ਕਮੈਂਟ ਜਰੂਰ ਕਰਿਆ ਕਰੋ, ਨਾਲ ਲਾਈਕ ਵੀ ਜਰੂਰ ਕਰਦਿਆ ਕਰੋ ਯਾਰ, ਤਾਂ ਕਿ ਮੋਟੀਵੇਸ਼ਨ ਮਿਲਦੀ ਹੈ। ਇਸ ਤੋਂ ਇਲਾਵਾ ਫੋਲੋ ਜਰੂਰ ਕਰ ਲਓ ਅਜਿਹੀਆਂ ਵੀਡੀਓ ਦੇਖਣ ਦੇ ਲਈ। ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ। ਥੈਂਕਸ ਫॉर ਵਾਚ।